ਅਲੀ ਵਰਦੀ ਖਾਂ ਕੌਣ ਸੀ? ਅਲੀ ਵਰਦੀ ਖਾਂ ਬੰਗਾਲ ਦਾ ਨਵਾਬ ਸੀ। ਉਸਨੇ 1740 ਤੋਂ ਲੈ ਕੇ 1756 ਤੱਕ ਬੰਗਾਲ ਉੱਤੇ ਰਾਜ ਕੀਤਾ। ਸਿਰਾਜੁਦੌਲਾ ਅਲੀ ਵਰਦੀ ਖਾਨ ਦੀ ਮੌਤ ਤੋਂ ਬਾਅਦ ਬੰਗਾਲ ਦਾ ਨਵਾਂ ਨਵਾਬ ਬਣਿਆ। ਉਸਨੇ 1756 ਤੋਂ ਲੈ ਕੇ 1757 ਪਲਾਸੀ ਦੇ ਯੁੱਧ ਤੱਕ ਸ਼ਾਸਨ ਕੀਤਾ। ਸ਼ੌਕਤ ਜੰਗ ਕੌਣ ਸੀ? ਸ਼ੌਕਤ ਜੰਗ ਬੰਗਾਲ ਦੇ ਨਵਾਬ ਸਿਰਾਜੁਦੌਲੇ ਦਾ ਚਚੇਰਾ ਭਰਾ ਸੀ। ਉਹ ਬੰਗਾਲ ਦਾ ਨਵਾਬ ਬਣਨ ਦੇ ਸੁਪਨੇ ਦੇਖ ਰਿਹਾ ਸੀ ਤੇ ਅੰਗਰੇਜ਼ਾਂ ਦੇ ਉਹ ਸਹਾਰੇ ਚੱਲ ਰਿਹਾ ਸੀ। ਘਸੀਟੀ ਬੇਗਮ ਨਵਾਬ ਅਲੀ ਵਰਦੀ ਖਾਨ ਦੀ ਵੱਡੀ ਧੀ ਸੀ। ਉਹ ਆਪਣੀ ਪਿਤਾ ਤੋਂ ਮੌਤ ਤੋਂ ਬਾਅਦ ਬੰਗਾਲ ਦੀ ਸੱਤਾ ਸੰਭਾਲਣਾ ਚਾਹੁੰਦੀ ਸੀ। ਬਲੈਕ ਹੋਲ ਦੀ ਜਿਹੜੀ ਘਟਨਾ ਹੈ 1756 ਇਸ ਵਿੱਚ ਬੰਗਾਲ ਵਿੱਚ ਨਵਾਬ ਸਿਰਾਜੁਦੌਲਾ ਦੇ ਸਮੇਂ ਹੋਈ। ਉਸ ਸਮੇਂ 146 ਅੰਗਰੇਜ਼ਾਂ ਨੂੰ ਕੈਦ ਕਰਕੇ ਫੋਰਟ ਵਿਲੀਅਮ ਦੀ ਇੱਕ ਕਾਲ ਕੋਠੜੀ ਵਿੱਚ ਸੁੱਟ ਦਿੱਤਾ ਗਿਆ। ਦੂਜੇ ਦਿਨ ਤੱਕ ਸਿਰਫ 23 ਵਿਅਕਤੀ ਅੰਗਰੇਜ਼ ਜਿੰਦਾ ਹੀ ਬਚੇ ਸਨ। ਇਸ ਦੁਰਘਟਨਾ ਨਾਲ ਜਿਹੜੇ ਅੰਗਰੇਜ਼ ਸੀ ਉਹ ਸਿਰਾਜੁਦੌਲਾ ਦੇ ਬੁਰੀ ਤਰ੍ਹਾਂ ਖਿਲਾਫ ਹੋ ਗਏ ਸਨ। ਬਲੈਕ ਹੋਲ ਦੀ ਦੁਰਘਟਨਾ 1756 ਵਿੱਚ ਵਾਪਰੀ ਸੀ। ਅਲੀ ਨਗਰ ਸੰਧੀ ਦੀਆਂ 2 ਸ਼ਰਤਾਂ ਲਿਖੋ। ਇਸ ਨੇ ਅੰਗਰੇਜ਼ਾਂ ਨੂੰ ਪਹਿਲਾਂ ਤੋਂ ਪ੍ਰਾਪਤ ਸਾਰੇ ਅਧਿਕਾਰ ਅਤੇ ਵਪਾਰਕ ਸਹੂਲਤਾਂ ਦੇ ਦਿੱਤੀਆਂ ਗਈਆਂ। ਇਸ ਨੇ ਅੰਗਰੇਜ਼ਾਂ ਨੂੰ ਕਲਕੱਤਾ ਦੀ ਕਿਲ੍ਹੇਬੰਦੀ ਕਰਨ ਦੀ ਆਗਿਆ ਦੇ ਦਿੱਤੀ ਸੀ। ਕਲਾਈਵ ਨੇ ਚੰਦਰ ਨਗਰ ਉੱਤੇ 22 ਮਾਰਚ 1757 ਨੂੰ ਕਬਜ਼ਾ ਕਰ ਲਿਆ ਸੀ। ਅੰਗਰੇਜ਼ਾਂ ਨੂੰ ਇਹ ਡਰ ਸੀ ਕਿ ਕਿਤੇ ਬੰਗਾਲ ਦਾ ਨਵਾਬ ਸਿਰਾਜੁਦੌਲਾ ਤੇ ਫਰਾਂਸੀਸੀ ਉਹਨਾਂ ਦੇ ਵਿਰੁੱਧ ਕੋਈ ਗੱਠਜੋੜ ਨਾ ਕਰ ਲੈਣ। ਪਲਾਸੀ ਦੀ ਲੜਾਈ ਤੋਂ ਪਹਿਲਾਂ ਕਲਾਈਵ ਅਤੇ ਮੀਰ ਜਾਫਰ ਦੇ ਵਿਚਕਾਰ ਇਹ ਸੰਧੀ ਹੋਈ ਸੀ ਕਿ ਅੰਗਰੇਜ਼ ਮੀਰ ਜਾਫਰ ਨੂੰ ਬੰਗਾਲ ਦਾ ਨਵਾਬ ਬਣਾ ਦੇਣਗੇ ਤੇ ਮੀਰ ਜਾਫਰ ਕੰਪਨੀ ਨੂੰ 1 ਕਰੋੜ ਰੁਪਏ ਤੇ ਅੰਗਰੇਜ਼ਾਂ ਨੂੰ 50 ਲੱਖ ਰੁਪਏ ਹਰਜਾਨੇ ਦੇ ਤੌਰ ਤੇ ਦੇਵੇਗਾ। ਪਲਾਸੀ ਦੀ ਲੜਾਈ 23 ਜੂਨ 1757 ਨੂੰ ਹੋਈ ਸੀ। ਇਹ ਲੜਾਈ ਅੰਗਰੇਜ਼ਾਂ ਤੇ ਬੰਗਾਲ ਦੇ ਨਵਾਬ ਸਿਰਾਜੁਦੌਲਾ ਦੇ ਵਿਚਕਾਰ ਹੋਈ ਸੀ ਤੇ ਅੰਤ ਸਿਰਾਜੁਦੌਲਾ ਦੀ ਹਾਰ ਹੋਈ ਸੀ। ਪਲਾਸੀ ਦੀ ਲੜਾਈ ਕਿਸ ਸਾਲ ਹੋਈ ਸੀ? 1757 ਵਿੱਚ। ਪਲਾਸੀ ਦੀ ਲੜਾਈ ਵਿੱਚ ਨਵਾਬ ਸਿਰਾਜੁਦੌਲਾ ਦੇ 3 ਸੈਨਾਪਤੀ ਮੀਰ ਜਾਫਰ, ਰਾਏ ਦੁਰਲੱਭ ਅਤੇ ਜਾਰ ਲਤੀਫ ਨੇ ਗੱਦਾਰੀ ਕੀਤੀ ਸੀ ਤੇ ਮੀਰ ਜਾਫਰ ਦੇ ਗੱਦਾਰੀ ਕਰਨ ਤੋਂ ਬਾਅਦ ਉਸ ਨੂੰ ਰਾਜਾ ਬਣਨ ਦਾ ਲਾਲਚ ਸੀ। ਇਸ ਲੜਾਈ ਵਿੱਚ ਸਿਰਾਜੁਦੌਲਾ ਦੇ ਪ੍ਰਤੀ ਸਿਰਫ ਮੀਰ ਮਦਾਨ ਹੀ ਵਫਾਦਾਰ ਰਹੇ। ਪਲਾਸੀ ਲੜਾਈ ਵਿੱਚ ਸਿਰਾਜੁਦੌਲਾ ਦੀ ਮੌਤ ਤੋਂ ਬਾਅਦ ਮੀਰ ਜਾਫਰ ਬੰਗਾਲ ਦਾ ਨਵਾਂ ਨਵਾਬ ਬਣਿਆ ਤੇ ਬੰਗਾਲ ਵਿੱਚ ਉਹਨਾਂ ਨੇ ਅੰਗਰੇਜ਼ਾਂ ਨੂੰ ਬਿਨਾਂ ਟੈਕਸ ਦਿੱਤਿਆਂ ਵਪਾਰ ਕਰਨ ਦਾ ਅਧਿਕਾਰ ਦੇ ਦਿੱਤਾ। ਸਿਰਾਜੁਦੌਲਾ ਦੀ ਮੌਤ ਤੋਂ ਬਾਅਦ ਮੀਰ ਜਾਫਰ ਬੰਗਾਲ ਦਾ ਨਵਾਬ ਬਣਿਆ। ਉਹ 1757 ਈਸਵੀ ਤੋਂ ਲੈ ਕੇ 1760 ਤੱਕ ਇਸ ਅਹੁਦੇ ਤੱਕ ਰਿਹਾ। ਅੰਗਰੇਜ਼ਾਂ ਨੇ ਮੀਰ ਜਾਫਰ ਨੂੰ ਬੰਗਾਲ ਦੇ ਨਵਾਬ ਤੋਂ ਇਸ ਕਰਕੇ ਹਟਾ ਦਿੱਤਾ ਸੀ ਕਿਉਂਕਿ ਉਸ ਨੇ ਅੰਗਰੇਜ਼ਾਂ ਨਾਲ ਜੋ ਸੰਧੀ ਕੀਤੀ ਸੀ ਪੈਸੇ ਦੇਣ ਦੀ ਉਹ ਨਹੀਂ ਦੇ ਪਾਇਆ ਸੀ। ਮੀਰ ਜਾਫਰ ਦੇ ਜਵਾਈ ਦਾ ਨਾਂ ਕੀ ਸੀ? ਮੀਰ ਜਾਫਰ ਦੇ ਜਵਾਈ ਦਾ ਨਾਂ ਮੀਰ ਕਾਸਮ ਸੀ। ਮੀਰ ਕਾਸਮ ਕੌਣ ਸੀ? ਮੀਰ ਕਾਸਮ 1760 ਵਿੱਚ ਬੰਗਾਲ ਦਾ ਨਵਾਂ ਨਵਾਬ ਬਣਿਆ। ਉਹ 1764 ਈਸਵੀ ਤੱਕ ਇਸ ਅਹੁਦੇ ਤੱਕ ਰਿਹਾ। ਪਲਾਸੀ ਦੀ ਲੜਾਈ ਤੋਂ ਬਾਅਦ ਬੰਗਾਲ ਦੇ ਨਵਾਬਾਂ ਨੇ ਮੀਰ ਜਾਫਰ ਤੇ ਮੀਰ ਕਾਸਮ ਸਨ। ਬਕਸਰ ਦੀ ਲੜਾਈ ਦਾ ਤਤਕਾਲੀਨ ਕਾਰਨ ਪਟਨਾ ਦਾ ਹੱਤਿਆਕਾਂਡ ਸੀ। ਇਹ ਹੱਤਿਆਕਾਂਡ 1763 ਈਸਵੀ ਨੂੰ ਹੋਇਆ। ਬਕਸਰ ਦੀ ਲੜਾਈ 22 ਅਕਤੂਬਰ 1764 ਈਸਵੀ ਨੂੰ ਹੋਈ। ਇਸ ਲੜਾਈ ਵਿੱਚ ਮੀਰ ਕਾਸਮ ਦੀ ਹਾਰ ਹੋ ਗਈ। ਇਹ ਯੁੱਧ ਬੰਗਾਲ ਦੇ ਨਵਾਬ ਮੀਰ ਕਾਸਮ ਅਤੇ ਅੰਗਰੇਜ਼ਾਂ ਦੇ ਵਿਚਕਾਰ ਲੜਿਆ ਗਿਆ ਸੀ। ਬਕਸਰ ਦਾ ਯੁੱਧ 22 ਅਕਤੂਬਰ 1764 ਨੂੰ ਹੋਇਆ ਸੀ। ਬਕਸਰ ਦੀ ਲੜਾਈ ਤੋਂ ਬਾਅਦ ਅਵਧ ਦਾ ਨਵਾਬ ਸਿਰਾਜੁਦੌਲਾ ਵੀ ਅੰਗਰੇਜ਼ਾਂ ਦੇ ਅਧੀਨ ਆ ਗਿਆ ਸੀ। ਬਕਸਰ ਦੇ ਯੁੱਧ ਤੋਂ ਬਾਅਦ 1765 ਈਸਵੀ ਵਿੱਚ ਇਲਾਹਾਬਾਦ ਦੀ ਸੰਧੀ ਹੋਈ। ਇਸ ਸੰਧੀ ਦੇ ਮੁਤਾਬਕ ਸਿਰਾਜੁਦੌਲਾ ਨੂੰ 50 ਲੱਖ ਦੇ ਬਦਲੇ ਵਿੱਚ ਅਵਧ ਦਾ ਖੇਤਰ ਵਾਪਸ ਕਰ ਦਿੱਤਾ ਗਿਆ ਤੇ ਮੁਗਲ ਬਾਦਸ਼ਾਹ ਆਲਮ ਖਾਨ ਨੂੰ 26 ਲੱਖ ਰੁਪਏ ਸਾਲਾਨਾ ਪੈਨਸ਼ਨ ਦੇਣ ਦਾ ਉਸ ਨੂੰ ਹੁਕਮ ਦਿੱਤਾ ਗਿਆ। ਕਲਾਈਵ ਦਾ ਜਨਮ 1725 ਈਸਵੀ ਵਿੱਚ ਯਾਰਕਸ਼ਾਇਰ ਇੰਗਲੈਂਡ ਵਿੱਚ ਹੋਇਆ ਸੀ ਤੇ ਕਲਾਈਵ ਨੇ ਬੰਗਾਲ ਵਿੱਚ ਪਹਿਲੀ ਵਾਰ ਗਵਰਨਰ ਦੇ ਰੂਪ ਵਿੱਚ 1757 ਈਸਵੀ ਤੋਂ ਲੈ ਕੇ 1760 ਤੱਕ ਕੰਮ ਕੀਤਾ ਸੀ। ਕਲਾਈਵ ਨੇ 1757 ਪਲਾਸੀ ਲੜਾਈ ਵਿੱਚ ਬੰਗਾਲ ਦੇ ਨਵਾਬ ਸਿਰਾਜੁਦੌਲਾ ਨੂੰ ਹਰਾਇਆ ਸੀ। ਕਲਾਈਵ ਨੇ 1769 ਈਸਵੀ ਵਿੱਚ ਡੱਚਾਂ ਦੀ ਸ਼ਕਤੀ ਨੂੰ ਵੀ ਕੁਚਲ ਦਿੱਤਾ ਸੀ।
ਕਲਾਈਵ ਨੇ ਫਰਾਂਸੀਸੀਆਂ ਦੇ ਵਿਰੁੱਧ ਇੱਕ ਅੰਗਰੇਜ਼ੀ ਸੈਨਾ ਕਰਨਲ ਫੋਰਡ ਦੀ ਅਗਵਾਈ ਹੇਠ ਭੇਜੀ ਸੀ। ਕਲਾਈਵ ਨੇ 1765 ਈਸਵੀ ਵਿੱਚ ਇਲਾਹਾਬਾਦ ਦੀ ਸੰਧੀ ਕੀਤੀ ਸੀ। ਕਲਾਈਵ ਨੇ ਕੰਪਨੀਆਂ ਦੇ ਕਰਮਚਾਰੀਆਂ ਨੂੰ ਨਿੱਜੀ ਵਪਾਰ ਕਰਨ ਤੇ ਰੋਕ ਲਗਾ ਦਿੱਤੀ। ਕਲਾਈਵ ਨੇ 1765 ਈਸਵੀ ਵਿੱਚ ਅਵਧ ਦੇ ਨਵਾਬ ਸਜਾਉਦੌਲਾ ਨਾਲ ਇਲਾਹਾਬਾਦ ਦੀ ਸੰਧੀ ਕੀਤੀ। ਅੰਗਰੇਜ਼ਾਂ ਨੇ ਕੜਾ ਤੇ ਇਲਾਹਾਬਾਦ ਦੇ ਪ੍ਰਦੇਸ਼ ਮੁਗਲ ਬਾਦਸ਼ਾਹ ਨੂੰ ਇਲਾਹਾਬਾਦ ਦੀ ਸੰਧੀ ਦੇ ਮੁਤਾਬਕ ਦੇ ਦਿੱਤੇ। ਮੁਗਲ ਬਾਦਸ਼ਾਹ ਨੇ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਅੰਗਰੇਜ਼ਾਂ ਨੂੰ ਦੇ ਦਿੱਤੀ। ਦੀਵਾਨੀ ਤੋਂ ਭਾਵ ਹੈ ਕਿ ਮਾਲੀਆ ਅਤੇ ਨਿਆਂ ਕਰਨ ਦਾ ਅਧਿਕਾਰ ਪ੍ਰਾਪਤ ਹੋ ਗਿਆ। ਅੰਗਰੇਜ਼ਾਂ ਨੇ 1765 ਈਸਵੀ ਵਿੱਚ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਕੋਲੋਂ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਲਈ ਸੀ। ਕਲਾਈਵ ਨੇ 1765 ਈਸਵੀ ਵਿੱਚ ਬੰਗਾਲ ਦੇ ਨਵੇਂ ਨਵਾਬ ਨਿਜ਼ਾਮੁੱਦੌਲਾ ਕੋਲੋਂ ਨਿਜ਼ਾਮਤ ਦਾ ਅਧਿਕਾਰ ਪ੍ਰਾਪਤ ਕਰ ਲਿਆ ਸੀ। ਇਸ ਦਾ ਭਾਵ ਸੀ ਕਿ ਸਿਵਲ, ਪੁਲਿਸ ਅਤੇ ਫੌਜਦਾਰੀ ਪ੍ਰਸ਼ਾਸਨ ਦੇ ਅਧਿਕਾਰ ਪ੍ਰਾਪਤ ਹੋ ਗਏ ਸਨ। ਲਾਰਡ ਕਲਾਈਵ ਨੇ ਲਾਰਡ ਕਲਾਈਵ ਫੰਡ ਦੀ ਸਥਾਪਨਾ ਕੀਤੀ ਤੇ ਕੰਪਨੀ ਦੇ ਮ੍ਰਿਤਕ ਸੈਨਿਕਾਂ ਅਤੇ ਪਰਿਵਾਰਾਂ ਤੇ ਅੰਗਹੀਣ ਹੋਏ ਸੈਨਿਕਾਂ ਦੀ ਦੇਖਭਾਲ ਕੀਤੀ ਜਾਂਦੀ ਸੀ। 1765 ਵਿੱਚ ਲਾਰਡ ਕਲਾਈਵ ਨੇ ਬੰਗਾਲ ਰਾਜ ਦੇ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਬੰਗਾਲ ਦੇ ਨਵਾਬ ਨੂੰ ਸੌਂਪ ਦਿੱਤੀ, ਜਦਕਿ ਟੈਕਸ ਇਕੱਠਾ ਕਰਨ ਅਤੇ ਰੱਖਿਆ ਦੇ ਕੰਮ ਅੰਗਰੇਜ਼ਾਂ ਦੇ ਹੱਥਾਂ ਵਿੱਚ ਆ ਗਏ। ਇਸ ਤਰ੍ਹਾਂ ਬੰਗਾਲ ਵਿੱਚ ਦੋ ਸ਼ਕਤੀਆਂ ਦਾ ਸ਼ਾਸਨ ਹੋ ਗਿਆ। ਇਸ ਨੂੰ ਦੋਹਰੇ ਸ਼ਾਸਨ ਪ੍ਰਣਾਲੀ ਵੀ ਕਿਹਾ ਜਾਂਦਾ ਹੈ। ਬੰਗਾਲ ਵਿੱਚ ਦੋਹਰੀ ਸ਼ਾਸਨ ਵਿਵਸਥਾ ਦੀ ਲਾਰਡ ਕਲਾਈਵ ਨੇ ਕੀਤੀ। ਇਸ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਲਾਰਡ ਵਾਰਨ ਹੇਸਟਿੰਗ ਨੇ ਕੀਤੀ ਸੀ। ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਦੇ ਦੋ ਗੁਣ ਕੀ ਸੀ ਕਿ ਇਸ ਦੇ ਨਾਲ ਅੰਗਰੇਜ਼ਾਂ ਦੀ ਰਾਜਨੀਤਿਕ ਜ਼ਿੰਮੇਵਾਰੀ ਤੋਂ ਬਚ ਗਏ ਤੇ ਮਾਲੀਆ ਵਸੂਲ ਕਰਨ ਦਾ ਉਹਨਾਂ ਨੂੰ ਅਧਿਕਾਰ ਮਿਲ ਗਿਆ ਸੀ। ਵਾਰਨ ਹੇਸਟਿੰਗ ਬੰਗਾਲ ਦਾ ਗਵਰਨਰ 1772 ਈਸਵੀ ਵਿੱਚ ਬਣਿਆ ਤੇ ਉਹ ਗਵਰਨਰ ਜਨਰਲ 1774 ਤੱਕ ਬਣਿਆ ਰਿਹਾ। ਵਾਰਨ ਹੇਸਟਿੰਗ ਬੰਗਾਲ ਦੇ ਗਵਰਨਰ ਦੇ ਅਹੁਦੇ ਤੇ 1774 ਤੱਕ ਨਿਯੁਕਤ ਰਿਹਾ। ਉਹ ਇਸ ਅਹੁਦੇ ਤੇ 1785 ਤੱਕ ਰਿਹਾ। ਬੰਗਾਲ ਦੀ ਦੋਹਰੀ ਸ਼ਾਸਨ ਪ੍ਰਣਾਲੀ ਕਿਸ ਤਰ੍ਹਾਂ ਸੁਧਰੀ? ਬੰਗਾਲ ਦੀ ਦੋਹਰੀ ਸ਼ਾਸਨ ਪ੍ਰਣਾਲੀ ਲਾਰਡ ਕਲਾਈਵ ਨੇ ਲਾਗੂ ਕੀਤੀ ਸੀ। ਇਸ ਦਾ ਅੰਤ ਵਾਰਨ ਹੇਸਟਿੰਗ ਨੇ ਕਰ ਦਿੱਤਾ ਸੀ। ਵਾਰਨ ਹੇਸਟਿੰਗ ਨੇ ਜੋ ਬੰਗਾਲ ਵਿੱਚ ਸੁਧਾਰ ਕੀਤੇ, ਉਸਨੇ ਬੰਗਾਲ ਨੂੰ 35 ਜ਼ਿਲ੍ਹਿਆਂ ਵਿੱਚ ਵੰਡ ਦਿੱਤਾ ਗਿਆ। ਹਰੇਕ ਜ਼ਿਲ੍ਹੇ ਦੇ ਮੁਖੀ ਨੂੰ ਕਲੈਕਟਰ ਕਿਹਾ ਜਾਂਦਾ ਸੀ ਤੇ ਉਸਨੇ ਮਾਲ ਬੋਰਡ ਦੀ ਸਥਾਪਨਾ ਕੀਤੀ। ਉਸਨੇ ਮਾਲੀਏ ਲਈ 5 ਸਾਲਾਂ ਅਤੇ 1 ਸਾਲਾਂ ਦਾ ਠੇਕੇ ਦੀ ਪ੍ਰਚਲਿਤ ਕੀਤਾ। ਵਾਰਨ ਹੇਸਟਿੰਗ ਨੇ ਇਸ ਤੋਂ ਇਲਾਵਾ ਵਪਾਰ ਵਿੱਚ ਸੁਧਾਰ ਕਰਨ ਲਈ ਦਸਤਕ ਪ੍ਰਥਾ ਦਾ ਵੀ ਅੰਤ ਕਰ ਦਿੱਤਾ ਸੀ। ਵਾਰਨ ਹੇਸਟਿੰਗ ਨੇ ਬੰਗਾਲ ਦੇ ਨਵਾਬ ਦੀ ਪੈਨਸ਼ਨ 32 ਲੱਖ ਰੁਪਏ ਤੋਂ ਘੱਟ ਕਰਕੇ 16 ਲੱਖ ਰੁਪਏ ਕਰ ਦਿੱਤੀ ਗਈ। ਉਸਨੇ ਅਜਿਹੇ ਸਾਰੇ ਅਹੁਦਿਆਂ ਨੂੰ ਖਤਮ ਕਰ ਦਿੱਤਾ ਜਿਨ੍ਹਾਂ ਦੇ ਅਫਸਰਾਂ ਨੂੰ ਬਿਨਾਂ ਕੰਮ ਤੋਂ ਤਨਖਾਹ ਦਿੱਤੀ ਜਾ ਰਹੀ ਸੀ। ਉਸਨੇ ਜ਼ਿਮੀਂਦਾਰੀ ਨਿਆਂ ਸੰਬੰਧੀ ਅਧਿਕਾਰਾਂ ਤੋਂ ਵਾਂਝਿਆ ਕਰ ਦਿੱਤਾ ਗਿਆ। ਜ਼ਿਮੀਂਦਾਰ ਹੋਣ ਨਿਆਂ ਅਧਿਕਾਰ ਉਸਨੇ ਆਪਣੇ ਹੱਥਾਂ ਵਿੱਚ ਲੈ ਲਏ। ਉਸਨੇ ਹਰੇਕ ਜ਼ਿਲ੍ਹੇ ਵਿੱਚ ਇੱਕ ਦੀਵਾਨੀ ਤੇ ਇੱਕ ਫੌਜਦਾਰੀ ਅਦਾਲਤ ਸਥਾਪਿਤ ਕੀਤੀ। ਬੰਗਾਲ ਏਸ਼ੀਆਟਿਕ ਸੋਸਾਇਟੀ ਦੀ ਸਥਾਪਨਾ ਕੀਤੀ। ਇਸ ਦੀ ਸਥਾਪਨਾ ਉਹਨਾਂ ਨੇ 1784 ਈਸਵੀ ਵਿੱਚ ਵਾਰਨ ਹੇਸਟਿੰਗ ਨੇ ਸਰ ਵਿਲੀਅਮ ਜੋਨਸ ਦੀ ਸਹਾਇਤਾ ਨਾਲ ਕੀਤੀ। ਬੰਗਾਲ ਏਸ਼ੀਆਟਿਕ ਸੋਸਾਇਟੀ ਦੀ ਸਥਾਪਨਾ 1784 ਵਿੱਚ ਕੀਤੀ। ਲਾਰਡ ਕਾਰਨਵਾਲਿਸ ਨੂੰ 1786 ਤੋਂ ਲੈ ਕੇ 1793 ਤੱਕ ਬੰਗਾਲ ਦੇ ਗਵਰਨਰ ਜਨਰਲ ਦੇ ਅਹੁਦੇ ਤੇ ਰਹੇ। ਉਸਨੇ ਬੰਗਾਲ ਵਿੱਚ ਬਿਹਾਰ ਅਤੇ ਉੜੀਸਾ ਦੀ ਸਥਾਈ ਬੰਦੋਬਸਤ ਲਾਗੂ ਕੀਤਾ। ਉਸਨੇ ਗੈਰ ਮਨੁੱਖੀ ਸਜ਼ਾਵਾਂ ਤੇ ਰੋਕ ਲਗਾ ਦਿੱਤੀ। ਵਾਰਨ ਹੇਸਟਿੰਗ ਨੇ ਕੰਪਨੀ ਦੇ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਕੀਤਾ। ਉਸਨੇ ਕੰਪਨੀ ਦੇ ਕਰਮਚਾਰੀਆਂ ਦੁਆਰਾ ਕੀਤੇ ਜਾਣ ਵਾਲੇ ਨਿੱਜੀ ਵਪਾਰ ਤੇ ਰੋਕ ਲਗਾ ਦਿੱਤੀ। ਲਾਰਡ ਕਾਰਨਵਾਲਿਸ ਨੇ ਭਾਰਤੀਆਂ ਨੂੰ ਉੱਚ ਅਹੁਦਿਆਂ ਤੋਂ ਵਾਂਝਾ ਕਰ ਦਿੱਤਾ ਗਿਆ। ਉਸਨੇ ਕੰਪਨੀ ਦੇ ਕਰਮਚਾਰੀਆਂ ਦੀ ਤਰੱਕੀ ਲਈ ਤਜਰਬੇ ਅਤੇ ਯੋਗਤਾ ਨੂੰ ਆਧਾਰ ਬਣਾਇਆ। ਉਸਨੇ ਅਨੇਕਾਂ ਅਜਿਹੇ ਅਹੁਦਿਆਂ ਨੂੰ ਖਤਮ ਕਰ ਦਿੱਤਾ ਜੋ ਕੰਪਨੀ ਦੇ ਡਾਇਰੈਕਟਰਾਂ ਨੂੰ ਖੁਸ਼ ਕਰਨ ਲਈ ਦਿੱਤੇ ਜਾਂਦੇ ਸਨ। ਲਾਰਡ ਕਾਰਨਵਾਲਿਸ ਨੇ ਕਲਕੱਤਾ, ਮੁਰਸ਼ਿਦਾਬਾਦ, ਢਾਕਾ ਅਤੇ ਪਟਨਾ ਵਿਖੇ 4 ਪ੍ਰਾਂਤਿਕ ਅਦਾਲਤਾਂ ਦਾ ਸਥਾਪਨਾ ਕੀਤੀ ਗਈ। ਲਾਰਡ ਕਾਰਨਵਾਲਿਸ ਦੀ ਸਭ ਤੋਂ ਛੋਟੀ ਦੀਵਾਨੀ ਅਦਾਲਤ ਦਾ ਨਾਂ ਅਮੀਨ ਦੀ ਅਦਾਲਤ ਸੀ ਤੇ ਲਾਰਡ ਦੀ ਸਭ ਤੋਂ ਵੱਡੀ ਅਦਾਲਤ ਦਾ ਨਾਂ ਦੀਵਾਨ ਅਦਾਲਤ ਸੀ ਤੇ ਇਹ ਫੌਜਦਾਰੀ ਜਿਹੜੀ ਅਦਾਲਤ ਸੀ ਉਹ ਦਰੋਗਾ ਪ੍ਰਬੰਧ ਕਰਦਾ ਸੀ। ਲਾਰਡ ਕਾਰਨਵਾਲਿਸ ਨੇ ਸਭ ਤੋਂ ਵੱਡੀ ਅਦਾਲਤ ਦਾ ਨਾਂ ਸਦਰ ਨਿਜ਼ਾਮਤ ਰੱਖਿਆ ਗਿਆ ਫੌਜਦਾਰੀ ਕੇਸਾਂ ਵਿੱਚ। ਲਾਰਡ ਕਾਰਨਵਾਲਿਸ ਨੇ ਪੁਲਿਸ ਵਿਭਾਗ ਦੇ ਜਿਹੜੇ ਮੁੱਖ ਸੁਧਾਰ ਕੀਤੇ ਆ, ਉਸਨੇ ਜ਼ਿਮੀਂਦਾਰਾਂ ਕੋਲੋਂ ਪੁਲਿਸ ਅਧਿਕਾਰ ਖੋਲ੍ਹੇ ਤੇ ਉਸਨੇ ਇੱਕ ਸਥਾਈ ਪੁਲਿਸ ਵਿਭਾਗ ਦੀ ਸਥਾਪਨਾ ਕੀਤੀ।
ਇਹ ਵੀ ਪ੍ਰਸ਼ਨ ਆ ਜਾਂਦਾ ਕਿ ਪੁਲਿਸ ਵਿਭਾਗ ਦੀ ਸਥਾਪਨਾ ਕਿਸ ਗਵਰਨਰ ਜਨਰਲ ਨੇ ਕੀਤੀ। ਉਹਨਾਂ ਦਾ ਨਾਮ ਸੀ ਲਾਰਡ ਕਾਰਨਵਾਲਿਸ। ਲਾਰਡ ਕਾਰਨਵਾਲਿਸ ਦਾ ਇਤਿਹਾਸ ਵਿੱਚ ਸਥਾਈ ਬੰਦੋਬਸਤ ਲਈ ਵੀ ਜਾਣਿਆ ਜਾਂਦਾ ਹੈ। ਉਸਨੇ ਇਸ ਨੂੰ 1793 ਈਸਵੀ ਵਿੱਚ ਲਾਗੂ ਕੀਤਾ ਸੀ। ਸਥਾਈ ਬੰਦੋਬਸਤ ਲਾਰਡ ਕਾਰਨਵਾਲਿਸ ਨੇ 1793 ਈਸਵੀ ਵਿੱਚ ਲਾਗੂ ਕੀਤਾ ਗਿਆ। ਲਾਰਡ ਕਾਰਨਵਾਲਿਸ ਨੇ ਸਥਾਈ ਬੰਦੋਬਸਤ ਦੀ ਸਥਾਪਨਾ ਕੀਤੀ ਸੀ। ਇਸ ਨਾਲ ਸਰਕਾਰ ਨੂੰ ਨਿਸ਼ਚਿਤ ਆਮਦਨ ਸ਼ੁਰੂ ਹੋਣ ਲੱਗੀ। ਇਸ ਤਰ੍ਹਾਂ ਲਈ ਪ੍ਰਸ਼ਾਸਨਿਕ ਯੋਜਨਾਵਾਂ ਬਣਾਉਣ ਲਈ ਪੈਸੇ ਮਿਲਣੇ ਆਸਾਨ ਹੋ ਗਏ। ਹੁਣ ਸਰਕਾਰ ਨੂੰ ਮਾਲੀਆ ਇਕੱਠਾ ਕਰਨ ਦੀ ਉਲਝਣ ਤੋਂ ਛੁਟਕਾਰਾ ਮਿਲ ਗਿਆ। ਇਸ ਲਈ ਉਹ ਪ੍ਰਸ਼ਾਸਨ ਤੇ ਹੋਰ ਵਿਭਾਗਾਂ ਵੱਲ ਧਿਆਨ ਦੇਣ ਲੱਗ ਗਏ। ਸਥਾਈ ਬੰਦੋਬਸਤ ਵਿੱਚ ਕਾਸ਼ਤਕਾਰਾਂ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਗਿਆ। ਸਥਾਈ ਬੰਦੋਬਸਤ ਦੇ ਕਾਰਨ ਸਰਕਾਰਾਂ ਨੂੰ ਭਵਿੱਖ ਵਿੱਚ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਭਾਰਤ ਦਾ ਪਹਿਲਾ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਸੀ। ਉਹ ਇਸ ਅਹੁਦੇ ਤੇ 1828 ਤੋਂ ਲੈ ਕੇ 1835 ਤੱਕ ਰਿਹਾ। ਲਾਰਡ ਵਿਲੀਅਮ ਬੈਂਟਿਕ ਨੂੰ ਗਵਰਨਰ ਜਨਰਲ ਦਾ ਅਹੁਦਾ 1833 ਦੇ ਐਕਟ ਅਧੀਨ ਦਿੱਤਾ ਗਿਆ। ਲਾਰਡ ਵਿਲੀਅਮ ਬੈਂਟਿਕ ਨੇ ਜੋ ਆਰਥਿਕ ਸੁਧਾਰ ਕੀਤੇ, ਉਸਨੇ ਗੈਰ ਕਾਨੂੰਨੀ ਨੌਕਰੀਆਂ ਨੂੰ ਖਤਮ ਕਰ ਦਿੱਤਾ। ਉਸਨੇ ਕੰਪਨੀ ਦੇ ਸਿਵਲ ਅਧਿਕਾਰੀਆਂ ਦੀ ਤਨਖਾਹ ਵਿੱਚ ਕਮੀ ਕਰ ਦਿੱਤੀ ਗਈ। ਲਾਰਡ ਵਿਲੀਅਮ ਬੈਂਟਿਕ ਨੇ ਭਾਰਤੀਆਂ ਨੂੰ ਉੱਚੇ ਅਹੁਦਿਆਂ ਤੇ ਨਿਯੁਕਤ ਕੀਤਾ। ਉਸਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਭਾਰਤੀਆਂ ਨੂੰ ਯੂਰਪੀਅਨਾਂ ਦੇ ਮੁਕਾਬਲੇ ਘੱਟ ਤਨਖਾਹ ਦਿੱਤੀ ਜਾਂਦੀ ਸੀ। ਲਾਰਡ ਵਿਲੀਅਮ ਬੈਂਟਿਕ ਦੁਆਰਾ ਟੈਕਸ ਰਹਿਤ ਜ਼ਮੀਨਾਂ ਨੂੰ ਖੋਹ ਲਿਆ ਗਿਆ। ਉਸਨੇ ਭਾਰਤੀਆਂ ਨੂੰ ਉੱਚੇ ਅਹੁਦਿਆਂ ਤੇ ਨਿਯੁਕਤ ਕੀਤਾ ਤੇ ਮਾਲੀਏ ਦੇ ਪ੍ਰਬੰਧਾਂ ਵਿੱਚ ਇਲਾਹਾਬਾਦ ਵਿੱਚ ਇੱਕ ਮਾਲ ਬੋਰਡ ਦੀ ਸਥਾਪਨਾ ਕੀਤੀ ਗਈ। ਇਹ ਵੀ ਕੁਐਸਚਨ ਆਉਂਦਾ ਬਹੁਤ ਵਾਰੀ ਕਿ ਬੋਰਡ ਆਫ ਰੈਵਨਿਊ ਦੀ ਸਥਾਪਨਾ ਕਿਸ ਨੇ ਕੀਤੀ? ਲਾਰਡ ਵਿਲੀਅਮ ਬੈਂਟਿਕ ਨੇ। ਲਾਰਡ ਵਿਲੀਅਮ ਬੈਂਟਿਕ ਦੇ ਸਮੇਂ ਇਲਾਹਾਬਾਦ ਕਿਹੜੀਆਂ 2 ਅਦਾਲਤਾਂ ਸਥਾਪਿਤ ਕੀਤੀਆਂ ਗਈਆਂ? ਇੱਕ ਦੀਵਾਨੀ ਅਦਾਲਤ ਅਤੇ ਸਦਰ ਨਿਜ਼ਾਮਤ ਅਦਾਲਤ। ਲਾਰਡ ਮੈਕਾਲੇ ਵਿਲੀਅਮ ਬੈਂਟਿਕ ਦੇ ਸਮੇਂ ਲੋਕ ਸਿੱਖਿਅਕ ਸਮਿਤੀ ਦਾ ਪ੍ਰਧਾਨ ਸੀ ਤੇ ਉਸਨੇ 1835 ਵਿੱਚ ਭਾਰਤੀਆਂ ਨੂੰ ਪੱਛਮੀ ਸਿੱਖਿਆ ਅੰਗਰੇਜ਼ੀ ਵਿੱਚ ਦੇਣ ਸੰਬੰਧੀ ਫੈਸਲਾ ਦਿੱਤਾ ਸੀ। ਲਾਰਡ ਵਿਲੀਅਮ ਬੈਂਟਿਕ ਸਮੇਂ ਸਿੱਖਿਆ ਸੰਬੰਧੀ ਸਮਿਤੀ ਦੇ ਕਿਹੜੇ 2 ਗੁੱਟ ਹੁੰਦੇ? ਪਹਿਲਾ ਗੁੱਟ ਭਾਰਤੀਆਂ ਨੂੰ ਭਾਰਤੀ ਭਾਸ਼ਾਵਾਂ ਦੇ ਮਾਧਿਅਮ ਰਾਹੀਂ ਭਾਰਤੀ ਸਾਹਿਤ ਦਾ ਅਧਿਐਨ ਕਰਨ ਦੇਣ ਦੇ ਪੱਖ ਵਿੱਚ ਸੀ। ਇਸ ਦਾ ਪ੍ਰਧਾਨ H. ਵਿਲਸਨ ਸੀ। ਉਹ ਭਾਰਤੀ ਸਿੱਖਿਆ ਨੂੰ ਭਾਰਤੀ ਭਾਸ਼ਾ ਵਿੱਚ ਦੇਣਾ ਚਾਹੁੰਦਾ ਸੀ। ਦੂਸਰਾ ਗੁੱਟ ਭਾਰਤੀਆਂ ਨੂੰ ਅੰਗਰੇਜ਼ੀ ਭਾਸ਼ਾ ਦੇ ਮਾਧਿਅਮ ਨਾਲ ਪੱਛਮੀ ਸਿੱਖਿਆ ਦੇਣ ਦੇ ਪੱਖ ਵਿੱਚ ਸੀ। ਇਸ ਦਾ ਪ੍ਰਧਾਨ ਚਾਰਲਸ ਟ੍ਰੇਵੈਲੀਅਨ ਸੀ। ਲਾਰਡ ਵਿਲੀਅਮ ਬੈਂਟਿਕ ਦੇ ਸਮੇਂ 2 ਮਹੱਤਵਪੂਰਨ ਕਾਲਜਾਂ ਦੀ ਸਥਾਪਨਾ ਕੀਤੀ ਗਈ। ਇੱਕ ਸੀਗੀ ਐਲਫਿੰਸਟਨ ਕਾਲਜ ਮੁੰਬਈ, ਮੈਡੀਕਲ ਕਾਲਜ ਕਲਕੱਤਾ। ਕਲਕੱਤਾ ਵਿੱਚ ਮੈਡੀਕਲ ਦੀ ਸਥਾਪਨਾ ਲਾਰਡ ਵਿਲੀਅਮ ਬੈਂਟਿਕ ਨੇ 1835 ਵਿੱਚ ਕੀਤੀ ਸੀ। ਲਾਰਡ ਵਿਲੀਅਮ ਬੈਂਟਿਕ ਨੇ ਸਮਾਜ ਸੁਧਾਰਾਂ ਵਿੱਚ ਉਹਨਾਂ ਨੇ ਸਤੀ ਪ੍ਰਥਾ ਤੇ ਰੋਕ ਲਗਾ ਦਿੱਤੀ ਸੀ ਤੇ ਕੁੜੀਆਂ ਨੂੰ ਮਾਰਨ ਦੀ ਰੋਕ ਵੀ ਉਹਨਾਂ ਨੇ ਹੀ ਲਗਾਈ ਸੀ। ਸਤੀ ਪ੍ਰਥਾ ਦਾ ਅੰਤ 1829 ਈਸਵੀ ਵਿੱਚ ਲਾਰਡ ਵਿਲੀਅਮ ਬੈਂਟਿਕ ਨੇ ਕੀਤਾ ਸੀ। ਲਾਰਡ ਵਿਲੀਅਮ ਬੈਂਟਿਕ ਨੇ ਸਤੀ ਪ੍ਰਥਾ ਦੇ ਅੰਤ ਲਈ 1829 ਵਿੱਚ ਰਾਜਾ ਰਾਮਮੋਹਨ ਰਾਏ ਦੀ ਪ੍ਰੇਰਣਾ ਲਈ ਸੀ। ਲਾਰਡ ਵਿਲੀਅਮ ਬੈਂਟਿਕ ਨੇ ਕਰਨਲ ਸਲੀਮੈਨ ਦੇ ਸਹਿਯੋਗ ਨਾਲ ਭਾਰਤ ਦੇ ਠੱਗਾਂ ਦੇ ਉੱਤੇ ਰੋਕ ਲਗਾਈ ਸੀ। ਲਾਰਡ ਡਲਹੌਜ਼ੀ ਭਾਰਤ ਦਾ ਗਵਰਨਰ ਜਨਰਲ 1848 ਤੋਂ ਲੈ ਕੇ 1856 ਤੱਕ ਰਿਹਾ। ਲਾਰਡ ਡਲਹੌਜ਼ੀ ਨੇ ਮਹੱਤਵਪੂਰਨ ਪ੍ਰਸ਼ਾਸਨਿਕ ਸੁਧਾਰ ਸੀ। ਬੰਗਾਲ ਦੇ ਸ਼ਾਸਨ ਪ੍ਰਬੰਧ ਲਈ ਇੱਕ ਅਲੱਗ ਲੈਫਟੀਨੈਂਟ ਗਵਰਨਰ ਦੀ ਨਿਯੁਕਤੀ ਕੀਤੀ ਗਈ। ਨਵੇਂ ਜਿੱਤੇ ਗਏ ਪ੍ਰਦੇਸ਼ਾਂ ਨੂੰ ਨਾਨ ਰੈਗੂਲੇਸ਼ਨ ਸਿਸਟਮ ਲਾਗੂ ਕੀਤਾ ਗਿਆ। ਨਾਨ ਰੈਗੂਲੇਸ਼ਨ ਸਿਸਟਮ ਦੇ ਅਧੀਨ ਆਪਣੇ ਕਾਲ ਵਿੱਚ ਜਿੱਤੇ ਹੋਏ ਨਵੇਂ ਪ੍ਰਦੇਸ਼ਾਂ ਉੱਤੇ ਲਾਗੂ ਕੀਤਾ। ਇਸ ਅਨੁਸਾਰ ਇਹਨਾਂ ਖੇਤਰਾਂ ਨੂੰ ਕਮਿਸ਼ਨਰ ਨਾਂ ਦੇ ਅਧਿਕਾਰੀ ਦੇ ਅਧੀਨ ਕੀਤਾ ਗਿਆ। ਇਹ ਅਧਿਕਾਰੀ ਆਪ ਗਵਰਨਰ ਜਨਰਲ ਅਤੇ ਉਸ ਦੀ ਕੌਂਸਲ ਦੇ ਅਧੀਨ ਸਨ। ਲਾਰਡ ਡਲਹੌਜ਼ੀ ਨੇ ਕਿਹੜੇ ਪ੍ਰਮੁੱਖ ਸੈਨਿਕ ਸੁਧਾਰ ਕੀਤੇ? ਉਸਨੇ ਮੇਰਠ ਨੂੰ ਤੋਪਖਾਨਾ ਦਾ ਹੈੱਡਕੁਆਰਟਰ ਬਣਾਇਆ। ਉਸਨੇ ਬ੍ਰਿਟਿਸ਼ ਸੈਨਾ ਵਿੱਚ ਗੋਰਖਿਆਂ ਦੀ ਸੰਖਿਆ ਦਾ ਵਾਧਾ ਕੀਤਾ। ਲਾਰਡ ਡਲਹੌਜ਼ੀ ਦੇ ਕੋਈ ਆਰਥਿਕ ਸੁਧਾਰ ਕਿਹੜੇ ਸੀ? ਉਹਨਾਂ ਨੇ ਸੁਤੰਤਰ ਵਪਾਰ ਨੂੰ ਉਤਸ਼ਾਹਿਤ ਕੀਤਾ। ਉਹਨਾਂ ਨੇ ਚਾਹ, ਪਟਸਨ ਅਤੇ ਕਪਾਹ ਦੇ ਵਾਧੇ ਲਈ ਖਾਸ ਉਪਰਾਲੇ ਕੀਤੇ। ਲਾਰਡ ਡਲਹੌਜ਼ੀ ਨੇ ਭਾਰਤ ਦੇ ਅੰਦਰ ਆਧੁਨਿਕ ਰੇਲ, ਡਾਕ ਅਤੇ ਤਾਰ ਦੀ ਪਿਤਾਮਾ ਵੀ ਕਿਹਾ ਜਾਂਦਾ ਹੈ। ਭਾਰਤ ਵਿੱਚ ਪਹਿਲੀ ਰੇਲ ਲਾਈਨ 1853 ਵਿੱਚ ਵਿਛਾਈ ਗਈ। ਭਾਰਤ ਵਿੱਚ ਪਹਿਲੀ ਰੇਲ ਲਾਈਨ ਜਿਹੜੀ ਬਣਾਈ ਗਈ ਉਹ ਡਲਹੌਜ਼ੀ ਦੇ ਸਮੇਂ ਹੀ ਬਣਾਈ ਗਈ ਸੀ। 1853 ਈਸਵੀ ਵਿੱਚ ਇਹ ਰੇਲਵੇ ਲਾਈਨ ਬੰਬਈ ਤੋਂ ਥਾਣਾ ਤੱਕ ਸਥਾਪਿਤ ਕੀਤੀ ਗਈ ਸੀ। ਭਾਰਤ ਵਿੱਚ ਜਿਹੜੀ ਦੂਸਰੀ ਲਾਈਨ ਦਾ ਨਿਰਮਾਣ ਕੀਤਾ ਗਿਆ ਸੀ ਉਹ 1854 ਵਿੱਚ ਕੀਤਾ ਗਿਆ ਸੀ। ਉਸ ਦੀ ਸਥਾਪਨਾ ਕਲਕੱਤਾ ਤੋਂ ਰਾਣੀਗੰਜ ਤੱਕ ਕੀਤਾ ਗਿਆ ਸੀ। ਭਾਰਤ ਵਿੱਚ ਪਹਿਲੀ ਤਾਰ ਦੀ ਸਥਾਪਨਾ 1853 ਵਿੱਚ ਵਿਛਾਈ ਗਈ ਸੀ। ਇਸ ਤਰ੍ਹਾਂ ਕਲਕੱਤਾ ਨੂੰ ਆਗਰਾ ਨਾਲ ਜੋੜਿਆ ਗਿਆ ਸੀ। 1856 ਵਿੱਚ ਉਹਨਾਂ ਨੇ ਵਿਧਵਾ ਦੇ ਮੁੜ ਵਿਆਹ ਦੇ ਸੰਬੰਧੀ ਐਕਟ ਪਾਸ ਕੀਤਾ ਸੀ ਤੇ ਉਹਨਾਂ ਨੇ ਨਰ ਬਲੀ ਦੇ ਵਿਰੁੱਧ ਵੀ ਸਖਤ ਕਦਮ ਉਠਾਏ ਸਨ।
ਲਾਰਡ ਡਲਹੌਜੀ ਦੇ ਸਮੇਂ 1854 ਈਸਵੀ ਵਿੱਚ ਵੁੱਡ ਡਿਸਪੈਚ ਚਾਰਲਸ ਵੁੱਡ ਡਿਸਪੈਚ ਦੀ ਘੋਸ਼ਣਾ ਕੀਤੀ ਗਈ ਸੀ। ਭਾਰਤ ਵਿੱਚ ਸਿੱਖਿਆ ਦਾ ਮੈਗਨਾ ਕਾਰਟਾ ਕਿਸ ਨੂੰ ਕਿਹਾ ਜਾਂਦਾ ਹੈ? ਭਾਰਤੀ ਸਿੱਖਿਆ ਦਾ ਜਿਹੜਾ ਮੈਗਨਾ ਕਾਰਟਾ ਹੈ ਚਾਰਲਸ ਵੁੱਡ ਡਿਸਪੈਚ ਨੂੰ ਕਿਹਾ ਜਾਂਦਾ ਹੈ। ਇਹ 1854 ਵਿੱਚ ਪਾਸ ਹੋਇਆ ਸੀ। ਵੁੱਡ ਡਿਸਪੈਚ ਸਿੱਖਿਆ ਨਾਲ ਸੰਬੰਧਿਤ ਸੀ। ਇਸ ਦੇ ਅਨੁਸਾਰ ਇਸ ਨੇ ਭਾਰਤ ਵਿੱਚ ਲੰਡਨ ਯੂਨੀਵਰਸਿਟੀ ਦੇ ਆਧਾਰ 'ਤੇ ਬੰਬਈ, ਕਲਕੱਤਾ ਅਤੇ ਮਦਰਾਸ ਵਿੱਚ ਯੂਨੀਵਰਸਿਟੀਆਂ ਦੀ ਸਥਾਪਨਾ ਕਰਨ ਲਈ ਕਿਹਾ ਗਿਆ ਸੀ। ਇਸ ਨੇ ਭਾਰਤ ਵਿੱਚ ਤਕਨੀਕੀ ਸਿੱਖਿਆ 'ਤੇ ਜ਼ੋਰ ਦਿੱਤਾ ਸੀ। ਭਾਰਤ ਦਾ ਪਹਿਲਾ ਇੰਜੀਨੀਅਰਿੰਗ ਕਾਲਜ ਲਾਰਡ ਡਲਹੌਜੀ ਦੇ ਸਮੇਂ ਰੁੜਕੀ ਵਿਖੇ ਖੋਲ੍ਹਿਆ ਗਿਆ ਸੀ। 1857 ਦੇ ਵਿਦਰੋਹ ਦੇ ਜਿਹੜੇ ਮੁੱਖ ਕਾਰਨ ਸੀਗੇ ਉਹ ਭਾਰਤ ਦੇ ਲਾਰਡ ਕੈਨਿੰਗ, ਉਸ ਸਮੇਂ ਜਿਹੜਾ ਭਾਰਤ ਦਾ ਗਵਰਨਰ ਜਨਰਲ ਸੀ ਉਹ ਲਾਰਡ ਕੈਨਿੰਗ ਸੀ। 1857 ਵਿਦਰੋਹ ਲਈ ਕਿਹੜਾ ਗਵਰਨਰ ਜਨਰਲ ਜ਼ਿੰਮੇ ਸੀ? ਲਾਰਡ ਡਲਹੌਜੀ। 1857 ਦੇ ਵਿਦਰੋਹ ਦੇ ਮੁੱਖ ਕਾਰਨ ਭਾਰਤ ਨੇ ਲਗਭਗ ਸਾਰੇ ਭਾਰਤ ਉੱਤੇ ਕਬਜ਼ਾ ਕਰ ਲਿਆ ਸੀ। ਅੰਗਰੇਜ਼ਾਂ ਦੁਆਰਾ ਭਾਰਤੀਆਂ 'ਤੇ ਕੀਤੇ ਜਾ ਰਹੇ ਲਗਾਤਾਰ ਸ਼ੋਸ਼ਣ ਕਾਰਨ ਉਹਨਾਂ ਦੇ ਭਾਰੀ ਰੋਹ ਸੀਗਾ। 1857 ਵਿਦਰੋਹ ਦੇ ਕੋਈ ਰਾਜਨੀਤਿਕ ਕਾਰਨ ਈਸਟ ਇੰਡੀਆ ਕੰਪਨੀ ਵੱਲੋਂ ਵੱਧ ਤੋਂ ਵੱਧ ਭਾਰਤੀ ਰਿਆਸਤਾਂ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਰਨ ਦਾ ਸੀ ਤੇ ਅੰਗਰੇਜ਼ਾਂ ਦੁਆਰਾ ਬਹਾਦਰ ਸ਼ਾਹ ਜ਼ਫਰ ਜਿਹੜਾ ਸੀ ਉਸ ਨਾਲ ਕੀਤੇ ਜਾਣ ਵਾਲਾ ਦੁਰਵਿਵਹਾਰ ਸੀਗਾ। ਬਹਾਦਰ ਸ਼ਾਹ ਜ਼ਫਰ 1857 ਦੇ ਵਿਦਰੋਹ ਦੇ ਸਮੇਂ ਮੁਗਲਾਂ ਦਾ ਬਾਦਸ਼ਾਹ ਕੌਣ ਸੀ? ਉਸ ਸਮੇਂ ਜਿਹੜਾ ਬਹਾਦਰ ਸ਼ਾਹ ਜ਼ਫਰ ਮੁਗਲਾਂ ਦਾ ਬਾਦਸ਼ਾਹ ਸੀ, ਉਹ ਮੁਗਲਾਂ ਦਾ ਆਖਰੀ ਰਾਜਾ ਸੀ ਤੇ ਉਹ 1837 ਤੱਕ ਬਾਦਸ਼ਾਹ ਬਣਿਆ ਸੀ। 1837 ਵਿੱਚ ਮੁਗਲਾਂ ਦਾ ਬਾਦਸ਼ਾਹ ਬਣੇ ਸੀਗੇ ਬਹਾਦਰ ਸ਼ਾਹ ਜ਼ਫਰ ਜੀ। ਉਸ ਮੁਗਲ ਬਾਦਸ਼ਾਹ ਦਾ ਨਾਂ ਬਹਾਦਰ ਸ਼ਾਹ ਜ਼ਫਰ ਦੂਜਾ ਸੀ, ਜਿਸ ਨੂੰ ਅੰਗਰੇਜ਼ਾਂ ਨੇ 1857 ਦੀ ਕ੍ਰਾਂਤੀ ਤੋਂ ਬਾਅਦ ਕੈਦ ਕਰ ਲਿਆ ਸੀ ਤੇ ਉਸ ਨੂੰ 1862 ਵਿੱਚ ਰੰਗੂਨ ਬਰਮਾ ਭੇਜ ਦਿੱਤਾ ਸੀ। ਅੰਗਰੇਜ਼ਾਂ ਨੇ ਬਹੁਤ ਸਾਰੇ ਇਲਾਕਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਤੇ ਉਹਨਾਂ ਨੇ ਪੰਜਾਬ ਨੂੰ 1849 ਈਸਵੀ ਵਿੱਚ, ਅਵਧ ਨੂੰ 1856 ਈਸਵੀ ਵਿੱਚ ਤੇ ਝਾਂਸੀ ਨੂੰ 1854 ਈਸਵੀ ਵਿੱਚ ਆਪਣੇ ਸਾਮਰਾਜ ਵਿੱਚ ਮਿਲਾ ਲਿਆ ਸੀ ਤੇ ਝਾਂਸੀ ਵਿੱਚ ਉਸ ਸਮੇਂ ਝਾਂਸੀ ਰਾਣੀ ਲక్ష్ਮੀ ਬਾਈ ਰਾਜ ਕਰਦੇ ਸਨ। ਮੰਗਲ ਪਾਂਡੇ ਨੂੰ 1857 ਦੇ ਵਿਦਰੋਹ ਦਾ ਪਹਿਲਾ ਸ਼ਹੀਦ ਮੰਨਿਆ ਜਾਂਦਾ ਸੀ। ਮੰਗਲ ਪਾਂਡੇ 34ਵੀਂ ਨੇਟਿਵ ਇਨਫੈਂਟਰੀ ਰੈਜੀਮੈਂਟ ਵਿੱਚ ਇੱਕ ਸੈਨਿਕ ਸਨ। ਉਸ ਨੇ 29 ਮਾਰਚ 1857 ਨੂੰ ਬੈਰਕਪੁਰ ਵਿੱਚ ਵਿਦਰੋਹ ਦਾ ਬਿਗਲ ਬਚਾਇਆ ਸੀ ਤੇ ਉਹ ਪਹਿਲਾ ਸ਼ਹੀਦ ਸਨ। 1857 ਵਿਦਰੋਹ ਕਰਨ ਵਾਲਾ ਪਹਿਲਾ ਸੈਨਿਕ ਮੰਗਲ ਪਾਂਡੇ ਨੂੰ ਹੀ ਮੰਨਿਆ ਜਾਂਦਾ ਹੈ। 1857 ਦੇ ਵਿਦਰੋਹ ਵਿੱਚ 4 ਮੁੱਖ ਨੇਤਾਵਾਂ ਦੇ ਨਾਂ ਦੱਸੋ। ਉਹਨਾਂ 'ਚੋਂ ਬਹਾਦਰ ਸ਼ਾਹ ਜ਼ਫਰ, ਨਾਨਾ ਸਾਹਿਬ, ਰਾਣੀ ਲక్ష్ਮੀ ਬਾਈ ਤੇ ਤਾਂਤੀਆ ਟੋਪੋ ਪ੍ਰਮੁੱਖ ਜਿਹੜੇ ਉਹ ਸੀਗੇ ਨੇਤਾ ਸੀ ਜਿਨ੍ਹਾਂ ਨੇ 1857 ਦੇ ਵਿਦਰੋਹ ਵਿੱਚ ਆਪਣੀ ਪ੍ਰਮੁੱਖ ਭੂਮਿਕਾ ਨਿਭਾਈ ਸੀ। 1857 ਵਿੱਚ ਮੇਰਠ ਵਿੱਚ ਵਿਦਰੋਹ 10 ਮਈ ਨੂੰ ਸ਼ੁਰੂ ਹੈ। ਇਸ ਤੇ 85 ਸੈਨਿਕਾਂ ਨੂੰ ਚਰਬੀ ਵਾਲੇ ਕਾਰਤੂਸਾਂ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ। ਅੰਗਰੇਜ਼ਾਂ ਨੇ ਬਹਾਦਰ ਸ਼ਾਹ ਜ਼ਫਰ ਨੂੰ ਕੈਦੀ ਬਣਾ ਕੇ ਰੰਗੂਨ ਭੇਜਿਆ, ਜਿੱਥੇ ਉਹਨਾਂ ਦੀ 1862 ਵਿੱਚ ਮੌਤ ਹੋ ਗਈ ਸੀ। 1837 ਵਿੱਚ ਉਹ ਮੁਗਲ ਬਾਦਸ਼ਾਹ ਬਣੇ ਸਨ। 1857 ਵਿੱਚ ਕਾਨਪੁਰ ਵਿਖੇ ਵਿਦਰੋਹੀਆਂ ਦੀ ਅਗਵਾਈ ਨਾਨਾ ਸਾਹਿਬ ਨੇ ਕੀਤੀ ਸੀ। ਉਸ ਦਾ ਪ੍ਰਸਿੱਧ ਸੈਨਾਪਤੀ ਤਾਂਤੀਆ ਟੋਪੋ ਸੀ। ਇਹ ਪ੍ਰਸ਼ਨ ਬਹੁਤ ਵਾਰ ਆਇਆ ਯੂਨੀਵਰਸਿਟੀ ਦੇ ਵਿੱਚ। ਕਾਨਪੁਰ ਵਿੱਚ ਨਾਨਾ ਸਾਹਿਬ ਨੇ 26 ਜੂਨ 1857 ਨੂੰ ਕਬਜ਼ਾ ਕਰ ਲਿਆ ਸੀ। ਇੱਥੇ ਉਹਨਾਂ ਨੇ ਅੰਗਰੇਜ਼ ਸੈਨਾਪਤੀ ਜਨਰਲ ਫਿਊਗ ਬੀਲਰ ਨੂੰ ਹਰਾਇਆ ਸੀ। ਅੰਗਰੇਜ਼ਾਂ ਦੇ ਮੁੱਖ ਸੈਨਾਪਤੀ ਕੋਲਨ ਕੈਂਪਬਲ ਨੇ 6 ਦਸੰਬਰ 1857 ਨੂੰ ਕਾਨਪੁਰ ਉੱਤੇ ਮੁੜ ਕਬਜ਼ਾ ਕਰ ਲਿਆ ਸੀ। 1857 ਵਿੱਚ ਲਖਨਊ ਵਿੱਚ ਵਿਦਰੋਹੀਆਂ ਦੀ ਅਗਵਾਈ ਬੇਗਮ ਹਜ਼ਰਤ ਮਹਿਲ ਕਰ ਰਹੀ ਸੀ। 1857 ਵਿੱਚ ਲਖਨਊ ਵਿੱਚ ਵਿਦਰੋਹੀਆਂ ਦੀ ਅਗਵਾਈ ਬੇਗਮ ਹਜ਼ਰਤ ਮਹਿਲ ਕਰ ਰਹੀ ਸੀ। 1857 ਦੇ ਵਿਦਰੋਹ ਦੇ ਦੌਰਾਨ ਲਖਨਊ ਵਿੱਚ ਕਿਹੜੇ ਪ੍ਰਸਿੱਧ ਅੰਗਰੇਜ਼ ਅਫਸਰ ਮਾਰੇ ਗਏ ਸਨ? 1857 ਦੇ ਵਿਦਰੋਹ ਦੇ ਦੌਰਾਨ ਲਖਨਊ ਵਿੱਚ ਅਵਧ ਦਾ ਚੀਫ ਕਮਿਸ਼ਨਰ ਹੈਨਰੀ ਲਾਰੈਂਸ, ਜਨਰਲ ਨੀਲ, ਜਨਰਲ ਹੈਵਲੌਕ ਮਾਰੇ ਗਏ ਸਨ। ਅਖੀਰ ਵਿੱਚ ਇਸ ਉੱਤੇ ਕੋਲਨ ਕੈਂਪਬੈਲ ਨੇ ਕਬਜ਼ਾ ਕੀਤਾ ਸੀ। 1857 ਈਸਵੀ ਦੇ ਵਿਦਰੋਹ ਦੇ ਦੌਰਾਨ ਜਨਰਲ ਨੀਲ ਨੇ ਬਨਾਰਸ ਅਤੇ ਇਲਾਹਾਬਾਦ ਦੇ ਵਿਦਰੋਹੀਆਂ ਉੱਤੇ ਨਿਰਦੈਰਤਾਪੂਰਨ ਅਤਿਆਚਾਰ ਕੀਤੇ ਸਨ। ਰਾਣੀ ਲక్ష్ਮੀ ਬਾਈ ਗਵਾਲੀਅਰ ਵਿਖੇ 17 ਜੂਨ 1857 ਨੂੰ ਸ਼ਹੀਦ ਹੋ ਗਏ ਸਨ।
1857 ਵਿਦਰੋਹੀਆਂ ਦੀ ਅਗਵਾਈ ਕਰਨ ਵਾਲੇ ਹਰਿਆਣਾ ਦੇ ਜਿਹੜੇ ਦੋ ਨੇਤਾ ਸਨ, ਉਹਨਾਂ ਵਿੱਚ ਰਵਾੜੀ ਦਾ ਰਾਓ ਤੁਲਾ ਰਾਮ ਅਤੇ ਬਹਾਦਰਗੜ੍ਹ ਦਾ ਨਵਾਬ ਸ਼ਾਮਲ ਸੀ। 1857 ਦੇ ਵਿਦਰੋਹ ਦੌਰਾਨ ਬਰੇਲੀ ਵਿੱਚ ਕਿਸ ਨੇ ਵਿਦਰੋਹੀਆਂ ਦੀ ਅਗਵਾਈ ਕੀਤੀ? 1857 ਦੇ ਵਿਦਰੋਹ ਦੌਰਾਨ ਬਰੇਲੀ ਵਿੱਚ ਖਾਨ ਬਹਾਦਰ ਖਾਨ ਨੇ ਵਿਦਰੋਹੀਆਂ ਦੀ ਅਗਵਾਈ ਕੀਤੀ ਸੀ। ਉਸਨੇ ਨਾਲ ਫੈਜ਼ਾਬਾਦ ਦਾ ਪ੍ਰਸਿੱਧ ਵਿਦਰੋਹੀ ਮੌਲਵੀ ਅਹਿਮਦੁੱਲਾ ਆਣ ਮਿਲਿਆ ਸੀ। 1857 ਦੇ ਵਿਦਰੋਹ ਨੂੰ ਕੁਚਲਣ ਲਈ ਭਾਰਤ ਦੇ ਜਿਹੜੇ ਰਿਆਸਤਾਂ ਸੀ, ਉਹਨਾਂ ਵਿੱਚੋਂ ਜਿਹੜੀ ਅੰਗਰੇਜ਼ਾਂ ਦੀ ਜਿਨ੍ਹਾਂ ਨੇ ਸਹਾਇਤਾ ਕੀਤੀ ਸੀ, ਉਹਨਾਂ ਵਿੱਚੋਂ ਹੈਦਰਾਬਾਦ, ਦੂਸਰੇ ਨੰਬਰ 'ਤੇ ਗਵਾਲੀਅਰ, ਤੀਸਰੇ ਨੰਬਰ 'ਤੇ ਪਟਿਆਲਾ, ਚੌਥੇ ਨੰਬਰ 'ਤੇ ਕਸ਼ਮੀਰ ਦੇ ਰਾਜਿਆਂ ਨੇ 1857 ਦੇ ਵਿਦਰੋਹ ਨੂੰ ਦਬਾਉਣ ਵਿੱਚ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਸੀ। 1858 ਵਿੱਚ ਜਿਹੜੀ ਈਸਟ ਇੰਡੀਆ ਕੰਪਨੀ ਦਾ ਰਾਜ ਖਤਮ ਹੋ ਗਿਆ ਸੀ। 1857 ਦੇ ਵਿਦਰੋਹ ਤੋਂ ਬਾਅਦ ਇਹ ਪ੍ਰਮੁੱਖ ਘਟਨਾ ਸੀ। ਸਿੱਧੇ ਤੌਰ 'ਤੇ ਜਿਹੜਾ ਭਾਰਤ ਆ ਉਹ ਇੰਗਲੈਂਡ ਦੇ ਪ੍ਰਧਾਨ ਮੰਤਰੀ ਜਾਂ ਰਾਣੀ ਦੇ ਅਧੀਨ ਆ ਗਿਆ ਸੀ। ਭਾਰਤ ਬ੍ਰਿਟਿਸ਼ ਸਰਕਾਰ ਦੇ ਸਿੱਧੇ ਬ੍ਰਿਟਿਸ਼ ਤਾਜ ਦੇ ਅਧੀਨ 1858 ਵਿੱਚ ਚਲ ਗਿਆ ਸੀ। ਉਸ ਸਮੇਂ ਗ੍ਰੇਟ ਬ੍ਰਿਟੇਨ ਵਿੱਚ ਮਹਾਰਾਣੀ ਵਿਕਟੋਰੀਆ ਦਾ ਸ਼ਾਸਨ ਸੀ। ਉਸ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਪਾਮਰਸਟਨ ਸੀ ਜਦੋਂ ਭਾਰਤ ਨੂੰ ਬ੍ਰਿਟਿਸ਼ ਤਾਜ ਦੇ ਅਧੀਨ ਕੀਤਾ ਗਿਆ। ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੇਖਭਾਲ ਲਈ ਜ਼ਿੰਮੇਵਾਰੀ ਭਾਰਤੀ ਮੰਤਰੀ ਜਾਂ ਸੈਕਟਰੀ ਆਫ ਸਟੇਟ ਨੂੰ ਸੌਂਪ ਦਿੱਤੀ ਗਈ। ਉਸ ਦੀ ਸਹਾਇਤਾ ਲਈ 15 ਮੈਂਬਰਾਂ ਦੀ ਕੌਂਸਲ ਦੀ ਸਥਾਪਨਾ ਕੀਤੀ ਗਈ। ਤੇ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ 1857 ਦੇ ਵਿਦਰੋਹ ਨਾਲ ਈਸਟ ਇੰਡੀਆ ਕੰਪਨੀ ਦਾ ਰਾਜ ਦਾ ਖਾਤਮਾ ਹੋ ਚੁੱਕਿਆ ਸੀ। ਵਿਨਾਇਕ ਦਮੋਦਰ ਸਾਵਰਕਰ 1857 ਦੇ ਵਿਦਰੋਹ ਦੀ ਵਾਰ ਆਫ ਇੰਡੀਪੈਂਡੈਂਸ ਨਾਮ ਦੀ ਉਹਨਾਂ ਨੇ ਇੱਕ ਕਿਤਾਬ ਲਿਖੀ, ਦਾ ਵਾਰ ਆਫ ਇੰਡੀਪੈਂਡੈਂਸ। ਕਿਸ ਭਾਰਤੀ ਲੇਖਕ ਨੇ 1857 ਦੇ ਵਿਦਰੋਹ ਨੂੰ ਪਹਿਲਾ ਸੁਤੰਤਰਤਾ ਸੰਗਰਾਮ ਕਿਹਾ? ਕਿਸ ਨੇ ਕਿਹਾ? ਲੇਖਕ ਨੇ 1857 ਵਿੱਚ ਦਮੋਦਰ ਸਾਵਰਕਰ ਨੇ। ਵਿਨਾਇਕ ਦਮੋਦਰ ਸਾਵਰਕਰ ਨੇ ਭਾਰਤੀ ਦੇਸ਼ ਭਗਤ ਅਤੇ ਲੇਖਕ ਨੇ 1857 ਦੇ ਵਿਦਰੋਹ ਨੂੰ ਪਹਿਲਾ ਸੁਤੰਤਰਤਾ ਸੰਗਰਾਮ ਦਾ ਨਾਂ ਦਿੱਤਾ ਗਿਆ। 1857 ਦੇ ਵਿਦਰੋਹ ਨੂੰ ਭਾਰਤ ਦਾ ਪਹਿਲਾ ਸੁਤੰਤਰਤਾ ਸੰਗਰਾਮ ਕਹੇ ਜਾਣ ਵਾਲੇ ਕੋਈ ਲੋਕ ਹਨ। ਇਸ ਵਿਦਰੋਹ ਵਿੱਚ ਵੱਡੀ ਸੰਖਿਆ ਵਿੱਚ ਆਮ ਜਨਤਾ ਨੇ ਹਿੱਸਾ ਲਿਆ। ਇਸ ਵਿਦਰੋਹ ਵਿੱਚ ਹਿੰਦੂ ਅਤੇ ਮੁਸਲਮਾਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਅੰਗਰੇਜ਼ੀ ਅਧਿਕਾਰੀਆਂ ਨੇ ਬੰਗਾਲ ਵਿੱਚ ਸਥਾਈ ਬੰਦੋਬਸਤ ਦੀ ਸਥਾਪਨਾ ਕੀਤੀ ਗਈ। ਇਸ ਦੇ ਅਨੁਸਾਰ ਉਹਨਾਂ ਨੇ ਜ਼ਿਮੀਂਦਾਰਾਂ ਨੂੰ ਜ਼ਮੀਨ ਦੇ ਮਾਲਕ ਮੰਨ ਲਿਆ ਤੇ ਉਹਨਾਂ ਨੂੰ ਉਸ ਸਮੇਂ ਤੱਕ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਉਹ ਆਪਣਾ ਨਿਸ਼ਚਿਤ ਮਾਲੀਆ ਸਰਕਾਰ ਨੂੰ ਨਹੀਂ ਦਿੰਦੇ ਸਨ। ਜ਼ਿਮੀਂਦਾਰਾਂ ਕੋਲੋਂ ਲਿਆ ਜਾਣ ਵਾਲਾ ਮਾਲੀਆ ਸਦਾ ਲਈ ਨਿਸ਼ਚਿਤ ਕਰ ਦਿੱਤਾ ਗਿਆ। ਇਸ ਵਿੱਚ ਕਮੀ ਜਾਂ ਵਾਧਾ ਨਹੀਂ ਕੀਤਾ ਜਾ ਸਕਦਾ ਸੀ। ਸਥਾਈ ਬੰਦੋਬਸਤ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਲਾਗੂ ਕੀਤਾ ਗਿਆ। ਰਈਅਤਵਾੜੀ ਵਿਵਸਥਾ ਮਦਰਾਸ ਅਤੇ ਬੰਬਈ ਪ੍ਰੈਜ਼ੀਡੈਂਸੀਆਂ ਵਿੱਚ ਲਾਗੂ ਕੀਤੀ ਗਈ। ਇਹ ਵਿਵਸਥਾ ਜ਼ਿਮੀਂਦਾਰਾਂ ਦੀ ਬਜਾਏ ਪ੍ਰਤੱਖ ਰੂਪ ਨਾਲ ਕਿਸਾਨਾਂ ਨਾਲ ਕੀਤੀ ਗਈ। ਇਸ ਵਿੱਚ ਕਿਸਾਨਾਂ ਕੋਲੋਂ ਲਿਆ ਜਾਣ ਵਾਲੀ ਮਾਲੀਆ 20 ਤੋਂ 30 ਸਾਲ ਤੱਕ ਨਿਸ਼ਚਿਤ ਕਰ ਦਿੱਤਾ ਗਿਆ। ਰਈਅਤਵਾੜੀ ਬੰਦੋਬਸਤ ਨੂੰ ਮਦਰਾਸ ਵਿੱਚ 1820 ਈਸਵੀ ਵਿੱਚ ਥਾਮਸ ਮੁਨਰੋ ਨੇ ਲਾਗੂ ਕੀਤਾ। ਰਈਅਤਵਾੜੀ ਦੇ ਆਉਣ ਇਸ ਨਾਲ ਕਿਸਾਨਾਂ ਦੀ ਸਥਿਤੀ ਚੰਗੀ ਹੋ ਗਈ ਕਿਉਂਕਿ ਉਹਨਾਂ ਦੇ ਜ਼ਮੀਨ ਦੇ ਮਾਲਕ ਮੰਨ ਲਿਆ ਗਿਆ। ਇਹ ਬੰਦੋਬਸਤ ਸਰਕਾਰ ਲਈ ਲਾਹੇਵੰਦ ਸਿੱਧ ਹੋਇਆ। ਇਸ ਨਾਲ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਇਆ। ਰਈਅਤਵਾੜੀ ਬੰਦੋਬਸਤ ਨੂੰ ਮਦਰਾਸ ਅਤੇ ਮੁੰਬਈ ਵਿੱਚ ਥਾਮਸ ਮੁਨਰੋ ਦੁਆਰਾ ਲਾਗੂ ਕੀਤਾ ਗਿਆ। ਮਹਿਲਵਾੜੀ ਵਿਵਸਥਾ ਮਹਿਲ ਜਾਂ ਪਿੰਡਾਂ ਦੇ ਸਮੁੱਚੇ ਭਾਈਚਾਰੇ ਨਾਲ ਕੀਤਾ ਗਿਆ। ਇਹ ਭਾਈਚਾਰਾ ਸਮੂਹਕ ਤੌਰ 'ਤੇ ਸਰਕਾਰ ਦੁਆਰਾ ਨਿਸ਼ਚਿਤ ਮਾਲੀਏ ਦੀ ਅਦਾਇਗੀ ਕਰਦਾ ਸੀ। ਮਹਿਲਵਾੜੀ ਵਿਵਸਥਾ ਸਰਕਾਰ ਲਈ ਲਾਹੇਵੰਦ ਸਿੱਧ ਹੋਈ ਤੇ ਇਸ ਨਾਲ ਕਿਸਾਨਾਂ ਦਾ ਸ਼ੋਸ਼ਣ ਤੋਂ ਬਚ ਸਕੇ। ਇਸ ਵਿਵਸਥਾ ਵਿੱਚ ਨਿਸ਼ਚਿਤ ਕੀਤੀ ਗਈ ਮਾਲੀਏ ਦਰ ਬਹੁਤ ਜ਼ਿਆਦਾ ਸੀ ਜਿਸ ਕਾਰਨ ਕਿਸਾਨ ਇਹਨਾਂ ਨੂੰ ਦੇਣਾ ਬੜਾ ਮੁਸ਼ਕਲ ਸੀ। ਖੇਤੀਬਾੜੀ ਦੇ ਜਿਹੜਾ ਵਪਾਰੀਕਰਨ ਉਸ ਬਾਰੇ ਤੁਸੀਂ ਕੀ ਜਾਣਦੇ ਹੋ? ਖੇਤੀਬਾੜੀ ਦੇ ਵਪਾਰੀਕਰਨ ਤੋਂ ਭਾਵ ਹੈ ਕਿ ਕਿਸਾਨਾਂ ਨੂੰ ਹੁਣ ਪਿੰਡਾਂ ਦੀ ਲੋੜਾਂ ਲਈ ਨਹੀਂ ਸਗੋਂ ਬਾਜ਼ਾਰ ਦੇ ਲਈ ਮਾਲ ਤਿਆਰ ਕਰਨਾ ਪੈਂਦਾ ਸੀ। ਤੇ ਅੰਗਰੇਜ਼ਾਂ ਨੇ ਜਿਹੜਾ ਲਾਰਡ ਡਲਹੌਜ਼ੀ ਸੀ ਉਸਨੇ ਆਪਣੇ ਸਮੇਂ ਵਿੱਚ ਕਪਾਹ, ਪਟਸਨ, ਨੀਲ ਅਤੇ ਚਾਹ ਤੇ ਗੰਨੇ ਦੇ ਤੇਲ ਦੇ ਬੀਜਾਂ ਨੂੰ ਉਹਨਾਂ ਦੀ ਉਪਜ ਬਣਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਸੀ। ਅੰਗਰੇਜ਼ਾਂ ਦੇ ਸ਼ਾਸਨ ਕਾਲ ਵਿੱਚ ਆਵਾਜਾਈ ਦੇ ਸਾਧਨਾਂ ਦੇ ਵਿੱਚ ਬਹੁਤ ਵਾਧਾ ਹੋ ਗਿਆ ਸੀ। ਅੰਗਰੇਜ਼ਾਂ ਨੇ ਗ੍ਰਹਿ ਯੁੱਧ ਦੇ ਕਾਰਨ ਵਿਦੇਸ਼ਾਂ ਵਿੱਚ ਭਾਰਤੀ ਫਸਲਾਂ ਦੀ ਮੰਗ ਬਹੁਤ ਵੱਧ ਗਈ ਸੀ। ਅੰਗਰੇਜ਼ਾਂ ਦੁਆਰਾ ਬਹੁਤ ਸਾਰੀ ਆਰਥਿਕ ਸੁਧਾਰਾਂ ਦੇ ਕਾਰਨ ਪੇਂਡੂ ਕਰਜ਼ਦਾਰੀ ਵਿੱਚ ਵਾਧਾ ਹੋਇਆ ਕਿਉਂਕਿ ਅੰਗਰੇਜ਼ ਆਪਣਾ ਨਿਸ਼ਚਿਤ ਮਾਲੀਆ ਲੈਂਦੇ ਸਨ। ਮੀਂਹ ਕਿਣੀ ਕੁਛ ਵੀ ਹੋਵੇ ਤਾਂ
ਉਹਨਾਂ ਨੂੰ ਆਪਣੇ ਮਾਲੀਆਂ ਨਾਲ ਮਤਲਬ ਸੀ, ਕਿਸਾਨਾਂ ਨਾਲ ਨਹੀਂ ਸੀ। ਇਸ ਤਰ੍ਹਾਂ ਉਹ ਕਿਸਾਨਾਂ ਦਾ ਸ਼ੋਸ਼ਣ ਕਰਦੇ ਸਨ। ਇਸ ਤਰ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਦੂਜੇ ਸ਼ਾਹੂਕਾਰਾਂ ਕੋਲੋਂ ਕਰਜ਼ਾ ਲੈਣਾ ਪਿਆ, ਜਿਸ ਕਾਰਨ ਉਹਨਾਂ ਦੀ ਹਾਲਤ ਤਰਸਯੋਗ ਹੋ ਗਈ। ਨੇਰ ਉਦਯੋਗੀਕਰਨ ਭਾਵ ਉਦਯੋਗਾਂ ਦੀ ਤਬਾਹੀ। ਅੰਗਰੇਜ਼ਾਂ ਦੇ ਸ਼ਾਸਨ ਕਾਲ ਵਿੱਚ ਭਾਰਤ ਦੇ ਵਿੱਚ ਦੇਸ਼ੀ ਰਜਵਾੜਿਆਂ ਦਾ ਖਾਤਮਾ ਹੋਣਾ ਸ਼ੁਰੂ ਹੋ ਗਿਆ ਤੇ ਅੰਗਰੇਜ਼ਾਂ ਦੁਆਰਾ ਅਪਣਾਈ ਗਈ ਖੁੱਲ੍ਹੇ ਵਪਾਰ ਦੀ ਨੀਤੀ ਦੇ ਕਾਰਨ ਜਿਹੜਾ ਪਹਿਲਾਂ ਸੀ ਉਦਯੋਗ ਕਾਫੀ ਤਰ੍ਹਾਂ ਦੇ ਤਬਾਹ ਹੋਣੇ ਸ਼ੁਰੂ ਹੋ ਗਏ ਸਨ। ਵੱਡੀ ਗਿਣਤੀ ਵਿੱਚ ਭਾਰਤੀ ਕਾਰੀਗਰ ਤੇ ਸ਼ਿਲਪਕਾਰ ਬਰਬਾਦ ਹੋ ਗਏ ਤੇ ਭਾਰਤੀ ਦੇ ਨੇਰ ਉਦਯੋਗੀਕਰਨ ਅੰਗਰੇਜ਼ਾਂ ਦੇ ਉਦਯੋਗਪਤੀਆਂ ਨੂੰ ਬਹੁਤ ਲਾਭ ਹੋਇਆ। ਕਹਿਣ ਦਾ ਗੱਲ ਹੈ ਕਿ ਭਾਰਤ ਦੇ ਅੰਦਰ ਉਦਯੋਗਾਂ ਵਿੱਚ ਕਮੀ ਹੋਈ ਤੇ ਇੰਗਲੈਂਡ ਵਿੱਚ ਉਦਯੋਗਾਂ ਦਾ ਵਾਧਾ ਹੋਣ ਲੱਗਿਆ। ਅੰਗਰੇਜ਼ਾਂ ਦੀ ਸ਼ਾਸਨ ਕਾਲ ਵਿੱਚ ਆਧੁਨਿਕ ਉਦਯੋਗਾਂ ਦੇ ਵਿਕਾਸ ਦੇ ਕੋਈ ਦੋ ਕਾਰਨ ਦੱਸੋ। ਆਵਾਜਾਈ ਦੇ ਸਾਧਨ ਦਾ ਵਿਕਾਸ ਤੇ ਭਾਰਤੀ ਨੇਤਾਵਾਂ ਦੁਆਰਾ ਆਧੁਨਿਕ ਉਦਯੋਗਾਂ ਦੇ ਵਿਕਾਸ ਦੀ ਅੰਗਰੇਜ਼ਾਂ ਸਰਕਾਰ ਕੋਲੋਂ ਲਗਾਤਾਰ ਮੰਗ। 18ਵੀਂ ਸਦੀ ਅੰਦਰ ਭਾਰਤ ਨੇ ਨੀਲ ਉਦਯੋਗ ਨੂੰ ਉਤਸ਼ਾਹਿਤ ਕੀਤਾ ਗਿਆ। 1825 ਵਿੱਚ ਭਾਰਤ ਵਿੱਚ ਨੀਲ ਦੀ ਖੇਤੀ ਅਧੀਨ 35 ਲੱਖ ਬਿੱਘਾ ਸੀ, ਪਰੰਤੂ 1915 ਵਿੱਚ ਇਹ ਘਟ ਕੇ 3 ਲੱਖ ਬਿੱਘਾ ਹੀ ਰਹਿ ਗਈ। ਭਾਰਤ ਵਿੱਚ ਪਹਿਲਾ ਕਾਫੀ ਦਾ ਬਾਗ 1823 ਈਸਵੀ ਵਿੱਚ ਲਗਾਇਆ ਗਿਆ ਤੇ ਭਾਰਤ ਵਿੱਚ ਪਹਿਲੀ ਪਟਸਨ ਦੀ ਮਿਲ 1855 ਈਸਵੀ ਵਿੱਚ ਬੰਗਾਲ ਵਿੱਚ ਸਥਾਪਿਤ ਕੀਤੀ ਗਈ ਤੇ 1884 ਵਿੱਚ ਇੰਡੀਅਨ ਜੂਟ ਮਿਲ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ। ਭਾਰਤ ਵਿੱਚ ਸੂਤੀ ਕੱਪੜੇ ਦੀ ਪਹਿਲੀ ਮਿਲ 1854 ਵਿੱਚ ਲਗਾਈ ਗਈ ਤੇ ਟਾਟਾ ਆਇਰਨ ਸਟੀਲ ਕੰਪਨੀ ਸਥਾਪਨਾ 1907 ਈਸਵੀ ਵਿੱਚ ਕੀਤੀ ਗਈ। ਇਸ ਤੋਂ ਇਲਾਵਾ 1936 ਵਿੱਚ ਇੰਪੀਰੀਅਲ ਇੰਸਟੀਚਿਊਟ ਆਫ ਸ਼ੂਗਰ ਟੈਕਨੋਲੋਜੀ ਸਥਾਪਨਾ ਕਾਨਪੁਰ ਵਿਖੇ ਕੀਤੀ ਗਈ। ਭਾਰਤ ਵਿੱਚ ਪਹਿਲੀ ਕੋਲਾ ਖਾਨ 1820 ਈਸਵੀ ਵਿੱਚ ਬੰਗਾਲ ਦੇ ਰਾਣੀਗੰਜ ਨਾਂ ਦੇ ਖੇਤਰ ਵਿੱਚ ਸ਼ੁਰੂ ਕੀਤੀ ਗਈ। ਭਾਰਤ ਵਿੱਚ ਸੀਮਿੰਟ ਦਾ ਪਹਿਲਾ ਕਾਰਖਾਨਾ 1904 ਈਸਵੀ ਵਿੱਚ ਲਗਾਇਆ ਗਿਆ। ਐਸੋਸੀਏਟਡ ਸੀਮੈਂਟ ਕੰਪਨੀ ਸਥਾਪਨਾ 1936 ਈਸਵੀ ਵਿੱਚ ਕੀਤੀ ਗਈ। ਇਸ ਵਿੱਚ 10 ਮੁੱਖ ਕੰਪਨੀਆਂ ਨੂੰ ਮਿਲਾਇਆ ਗਿਆ। ਭਾਰਤ ਵਿੱਚ ਪਹਿਲੀ ਕਾਗਜ਼ ਦੀ ਮਿਲ 1870 ਈਸਵੀ ਵਿੱਚ ਕਲਕੱਤਾ ਵਿਖੇ ਹੁਗਲੀ ਦੇ ਸਥਾਨ ਤੇ ਲਗਾਈ ਗਈ ਸੀ। ਭਾਰਤ ਵਿੱਚ ਜਹਾਜ਼ ਨਿਰਮਾਣ ਦੀ ਉਦਯੋਗ 1941 ਈਸਵੀ ਵਿੱਚ ਵਿਸ਼ਾਖਾਪਟਨਮ ਵਿੱਚ ਸਥਾਪਿਤ ਕੀਤਾ ਗਿਆ ਸੀ। ਭਾਰਤ ਵਿੱਚ ਅੰਗਰੇਜ਼ਾਂ ਦੇ ਸ਼ਾਸਨ ਦੀ 20ਵੀਂ ਸਦੀ ਵਿੱਚ ਪ੍ਰਫੁੱਲਤ ਹੋਣ ਵਾਲੇ ਜਿਹੜੇ ਪ੍ਰਮੁੱਖ ਉਦਯੋਗ ਸਨ, ਲੋਹਾ ਅਤੇ ਇਸਪਾਤ ਅਤੇ ਖੰਡ ਉਦਯੋਗ ਸਨ। ਅੰਗਰੇਜ਼ਾਂ ਨੇ ਭਾਰਤੀ ਅਰਥ ਵਿਵਸਥਾ ਦੀ ਲੁੱਟ-ਖਸੁੱਟ 1757 ਦੇ ਪਲਾਸੀ ਦੀ ਲੜਾਈ ਤੋਂ ਸ਼ੁਰੂ ਕੀਤੀ ਸੀ ਤੇ 1947 ਤੱਕ ਜਾਰੀ ਰਹੀ। ਧਨ ਨਿਕਾਸੀ ਸਿਧਾਂਤ ਦਾ ਜਿਹੜੀ ਉਹ ਸੀਗੀ ਦਾਦਾ ਭਾਈ ਨਰੋਜੀ ਨੇ ਦੱਸਿਆ ਸੀ ਕਿ ਪਾਵਰਟੀ ਐਂਡ ਦਾ ਅਨ ਬ੍ਰਿਟਿਸ਼ ਰੂਲ ਇਨ ਇੰਡੀਆ ਵਿੱਚ ਉਹਨਾਂ ਨੇ ਇਸ ਦਾ ਜ਼ਿਕਰ ਕੀਤਾ ਸੀ ਕਿ ਅੰਗਰੇਜ਼ ਭਾਰਤ ਦੇ ਅੰਦਰੋਂ ਬਹੁਤ ਸਾਰਾ ਧਨ ਆਪਣੇ ਦੇਸ਼ ਵੱਲ ਨੂੰ ਖਿੱਚ ਰਹੇ ਹਨ। ਧੰਨਵਾਦ, ਸ਼ੁਕਰੀਆ। ਜੇਕਰ ਤੁਹਾਨੂੰ ਸਾਡਾ ਇਹ ਪ੍ਰੋਗਰਾਮ UGC ਨਾਲ ਰਿਲੇਟਡ ਜਿਹੜੇ ਨੌਲੇਜ ਭਰੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ ਤਾਂ ਤੁਸੀਂ ਇਸ ਨੂੰ ਅੱਗੇ ਸ਼ੇਅਰ ਕਰੋ, ਲਾਈਕ ਕਰੋ ਐਂਡ ਸਬਸਕ੍ਰਾਈਬ ਕਰੋ। ਸ਼ੁਕਰੀਆ ਜੀ।